ਹਾਈਕੋਰਟ ਨੇ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ 3 ਦਿਨਾਂ ਲਈ ਲਾਈ ਰੋਕ। ਸੁਪਰੀਮ ਕੋਰਟ ਦਾ ਰੁਖ ਕਰਨ ਲਈ ਦਿੱਤਾ ਗਿਆ ਸਮਾਂ। ਮਜੀਠੀਆ ਵੱਲੋਂ ਚੋਣਾਂ ਦਾ ਹਵਾਲਾ ਦੇ ਕੇ 7 ਦਿਨ ਦੀ ਮੰਗੀ ਗਈ ਸੀ ਮੋਹਲਤ। ਨਾਮਜ਼ਦਗੀ ਭਰਨ ਲਈ ਸੁਖਪਾਲ ਖਹਿਰਾ ਨੇ ਕੀਤਾ ਕੋਰਟ ਦਾ ਰੁਖ। ਮੋਹਾਲੀ ਅਦਾਲਤ ਨੇ ਈਡੀ ਤੇ ਪੰਜਾਬ ਸਰਕਾਰ ਨੂੰ 27 ਜਨਵਰੀ ਲਈ ਨੋਟਿਸ ਕੀਤਾ ਜਾਰੀ। ਪੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਨੇ ਸੁਖਪਾਲ ਖਹਿਰਾ। 27 ਜਨਵਰੀ ਨੂੰ ਪੰਜਾਬ 'ਚ ਚੋਣ ਬਿਗਲ ਫੂਕਣਗੇ ਰਾਹੁਲ ਗਾਂਧੀ। ਸਾਰੇ 117 ਉਮੀਦਵਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ। ਜਲੰਧਰ 'ਚ ਕਰਨਗੇ ਪੰਜਾਬ ਫਤਿਹ ਰੈਲੀ। ਕੇਜਰੀਵਾਲ ਤੇ ਸਿੱਧੂ ਦੀ ਭੱਦੀ ਸ਼ਬਦਾਵਲੀ ਤੇ ਭੜਕੇ ਭਗਵੰਤ ਮਾਨ ਕਿਹਾ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ, ਹਰ ਕਿਸੇ ਨੂੰ ਤੂੰ ਤੜਾ ਕਰਨਾ ਠੀਕ ਨਹੀਂ। ਪੰਜਾਬ 'ਚ ਸ਼ੁਰੂ ਹੋਇਆ ਨਾਮਜ਼ਦਗੀਆਂ ਭਰਨ ਦਾ ਦੌਰ। ਕੋਵਿਡ ਪ੍ਰੋਟੋਕਾਲ ਤਹਿਤ ਕੀਤੀ ਜਾ ਰਹੀ ਨੋਮੀਨੇਸ਼ਨ। 1 ਫਰਵਰੀ ਤੱਕ ਭਰੇ ਜਾਣਗੇ ਪੇਪਰ, 2 ਨੂੰ ਹੋਏਗੀ ਪੜਤਾਲ। ਚੋਣਾਂ ਦੌਰਾਨ ਗੈਰ ਵਾਜਿਬ ਮੁਫਤ ਸੌਗਾਤਾਂ ਅਤੇ ਵਾਅਦਿਆਂ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ। ਅਰਜੀ 'ਚ ਬੇਲੋੜਾ ਲਾਲਚ ਦੇਣ ਵਾਲੇ ਦਲਾਂ ਦਾ ਪਾਰਟੀ ਸਿੰਬਲ ਰੱਦ ਕਰਨ ਦੀ ਮੰਗ। ਅਦਾਲਤ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ। ਪਟਿਆਲਾ ਦੇ ਕਾਲੀ ਮਾਤਾ ਮੰਦਿਰ 'ਚ ਬੇਅਦਬੀ ਦੀ ਕੋਸ਼ਿਸ਼ ਨੂੰ ਲੈ ਕੇ ਹਿੰਦੂ ਸੰਗਠਨਾਂ 'ਚ ਰੋਸ। ਪਟਿਆਲਾ 'ਚ ਕੀਤਾ ਗਿਆ ਪ੍ਰਦਰਸ਼ਨ, ਬਾਜ਼ਾਰ ਕਰਵਾਏ ਬੰਦ। ਪੰਜਾਬ 'ਚ ਚੋਣਾਂ ਵਿਚਾਲੇ ਡੇਰਾ ਸੱਚਾ ਸੌਦਾ ਸਿਰਸਾ 'ਚ ਵੱਡਾ ਇਕੱਠ। ਹਮਾਇਤੀਆਂ ਸਾਹਮਣੇ ਪੜੀ ਗਈ ਜੇਲ੍ਹ ਤੋਂ ਆਈ ਗੁਰਮੀਤ ਰਾਮ ਰਹੀਮ ਦੀ ਚਿੱਠੀ। ਲਿਖਿਆ, ਪਰਮਾਤਮਾ ਨੇ ਚਾਹਿਆ ਤਾਂ ਜਲਦ ਕਰਾਂਗੇ ਤੁਹਾਡੇ ਦਰਸ਼ਨ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਗੱਲ ਸੁਖਪਾਲ ਖਹਿਰਾ ਦੀ। ਸੁਖਪਾਲ ਖਹਿਰਾ ਵੱਲੋਂ ਅਦਾਲਤ ਦਾ ਰੁਖ ਕੀਤਾ ਗਿਆ ਹੈ। ਮੋਹਾਲੀ ਕੋਰਟ ਦੇ ਵਿੱਚ ਸੁਖਪਾਲ ਖਹਿਰਾ ਨੇ ਇੱਕ ਪਟੀਸ਼ਨ ਪਾਈ ਹੈ। ਨਾਮਜ਼ਦਗੀ ਭਰਨ ਦੇ ਲਈ ਕੋਰਟ ਦਾ ਰੁਖ ਕੀਤਾ ਹੈ। ਪਟੀਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਨੂੰ ਨਾਮਜ਼ਦਗੀ ਭਰਨ ਦੀ ਇਜਾਜ਼ਤ ਦਿੱਤੀ ਜਾਵੇ। ਮੋਹਾਲੀ ਕੋਰਟ ਵੱਲੋਂ ਈਡੀ ਤੇ ਪੰਜਾਬ ਸਰਕਾਰ ਨੂੰ ਇਸ ਬਾਬਤ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। 27 ਜਨਵਰੀ ਲਈ ਈਡੀ ਤੇ ਪੰਜਾਬ ਸਰਕਾਰ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਪਟਿਆਲਾ ਦੀ ਜੇਲ੍ਹ 'ਚ ਇਸ ਵੇਲੇ ਬੰਦ ਨੇ ਸੁਖਪਾਲ ਸਿੰਘ ਖਹਿਰਾ। ਪੁਲੱਥ ਤੋਂ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਸੁਖਪਾਲ ਸਿੰਘ ਖਹਿਰਾ ਨੂੰ। ਔਰ ਕਿਉਂਕਿ ਅੱਜ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੇ, ਇਸ ਕਰਕੇ ਮੋਹਾਲੀ ਅਦਾਲਤ ਦਾ ਰੁਖ ਕੀਤਾ ਹੈ ਸੁਖਪਾਲ ਸਿੰਘ ਖਹਿਰਾ ਨੇ ਕਿ ਉਹਨਾਂ ਨੂੰ ਨੋਮੀਨੇਸ਼ਨਸ ਫਾਈਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜਿਸ ਤੋਂ ਬਾਅਦ 27 ਤਰੀਕ ਦੇ ਲਈ ਨੋਟਿਸ ਜਾਰੀ ਹੋਇਆ ਹੈ ਈਡੀ ਨੂੰ ਤੇ ਪੰਜਾਬ ਸਰਕਾਰ ਨੂੰ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ। ਉਮੇਸ਼, ਕੀ ਕੁਝ ਕਹਿਣਾ ਹੈ ਪਟੀਸ਼ਨ ਦੇ ਵਿੱਚ ਸੁਖਪਾਲ ਖਹਿਰਾ ਦਾ? ਫਿਜ਼ੀਕਲੀ ਤੌਰ ਤੇ ਭਰਨਾ ਚਾਹੁੰਦੇ ਨੇ ਉਹ, ਕਿਉਂਕਿ ਇਸ ਵਾਰ ਆਪਸ਼ਨ ਜਿਹੜੀ ਹੈ ਉਹ ਆਨਲਾਈਨ ਵੀ ਦਿੱਤੀ ਗਈ ਹੈ। ਦੇਖੋ, ਸੁਖਪਾਲ ਖਹਿਰਾ ਨੇ ਪਟੀਸ਼ਨ ਫਾਈਲ ਕੀਤੀ ਹੈ, ਮੋਹਾਲੀ ਕੋਰਟ ਦਾ ਰੁਖ ਕੀਤਾ ਹੈ ਤੇ ਨੋਟਿਸ ਵੀ ਹੋ ਗਿਆ। 27 ਤਰੀਕ ਨੂੰ ਜਵਾਬ ਦੇਣਾ ਪੈਣਾ ਪੰਜਾਬ ਸਰਕਾਰ ਨੂੰ ਤੇ ਈਡੀ ਨੂੰ, ਕਿਉਂਕਿ ਪਟਿਆਲਾ ਜੇਲ੍ਹ ਵਿੱਚ ਬੰਦ ਨੇ। ਔਰ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹਦੇ ਵਿੱਚ ਸਾਫ਼ ਲਿਖਿਆ ਕਿ ਜਿਹੜਾ ਉਹ ਇੱਕ ਐਮਐਲਏ ਨੇ, ਲੋਕਾਂ ਦੇ ਨੁਮਾਇੰਦੇ ਨੇ ਤੇ ਆਪਣੇ ਲੋਕਾਂ ਵਿੱਚ ਰਹਿ ਕੇ ਹੀ ਵਿਚਰਦੇ ਆਏ ਨੇ। ਇਹ ਕੇਸ ਹੈ ਜਿਹੜਾ ਉਹੀ ਪੁਰਾਣੀ ਸਾਰੀ ਗੱਲਾਂ ਜਿੱਦਾਂ ਪਟੀਸ਼ਨ 'ਚ ਵਿਜੇ ਹੁੰਦਾ ਪਾਰਟ, ਤੇ ਉਹ ਭਰਨਾ ਚਾਹੁੰਦੇ ਨੇ ਨੋਮੀਨੇਸ਼ਨ। ਉਹਨਾਂ ਨੂੰ ਬਾਹਰ ਆ ਕੇ ਨੋਮੀਨੇਸ਼ਨ ਭਰਨ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਦੇਖਣਾ ਹੋਏਗਾ ਕਿ ਈਡੀ ਤੇ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ। ਖਾਸ ਕਰ ਈਡੀ ਦੀ ਗੱਲ ਕਰੀਏ, ਈਡੀ ਨੇ ਪਹਿਲਾਂ ਵੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ ਜਦੋਂ ਹੋਈ, ਰਿਮਾਂਡ ਨੂੰ ਵਧਾਉਣ ਲਈ ਲਗਾਤਾਰ ਐਪਲੀਕੇਸ਼ਨਾਂ ਵੀ ਪਾਈਆਂ ਸੀ ਕੋਰਟ ਵਿੱਚ। ਔਰ ਇਹ ਦੇਖਣਾ ਹੋਏਗਾ ਕਿ 27 ਤਰੀਕ ਨੂੰ ਵੀ ਜੇ ਜਵਾਬ ਕੀ ਆਉਂਦਾ ਹੈ ਈਡੀ ਤੇ ਪੰਜਾਬ ਸਰਕਾਰ ਵੱਲੋਂ। ਕਿਉਂਕਿ ਪੰਜਾਬ ਸਰਕਾਰ ਦਾ ਤਾਂ ਕੋਈ ਇਤਰਾਜ਼ ਲਾਉਣ ਦਾ ਮੈਨੂੰ ਲੱਗਦਾ ਨਹੀਂ ਉਮੇਸ਼, ਕੋਈ ਉਹਨਾਂ ਦਾ ਬਣਦਾ ਹੋਏਗਾ ਤਰਕ, ਕਿਉਂਕਿ ਪੰਜਾਬ ਸਰਕਾਰ ਇੱਕ ਤਰੀਕੇ ਨਾਲ ਕਾਂਗਰਸ ਵੱਲੋਂ ਤਾਂ ਉਹ ਕੈਂਡੀਡੇਟ ਹੀ ਨੇ। ਸੋ ਬੇਸਿਕਲੀ ਮਸਲਾ ਜ਼ਿਆਦਾ ਈਡੀ ਦਾ ਹੈ। ਪਰ ਇਹ ਜਿਸ ਤਰੀਕੇ ਨਾਲ ਕੋਈ ਵੀ ਵਿਅਕਤੀ ਅਗਰ ਜੇਲ੍ਹ 'ਚ ਬੈਠਾ ਚੋਣ ਲੜਨੀ ਚਾਹੁੰਦਾ ਹੈ ਤਾਂ ਉਹ ਲੜ ਸਕਦਾ ਹੈ, ਤਾਂ ਇਹ ਉਸ ਅਧਿਕਾਰ ਦੇ ਤਹਿਤ ਇਜਾਜ਼ਤ ਤੇ ਮਿਲਣ ਦੇ ਚਾਂਸਸ ਹੈਗੇ ਨੇ। ਦੇਖੋ, ਉਹਦੇ ਵਿੱਚ ਆਪਣਾ ਐਪਲੀਕੇਸ਼ਨ ਜਿਹੜੀ ਲਿਖੀ ਹੈ ਉਹਦੇ ਵਿੱਚ ਲਿਖਿਆ ਕਿ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਔਰ ਜਿਹੜਾ ਐਨੈਕਸਰ ਹੈ ਨੋਮੀਨੇਸ਼ਨ ਪੇਪਰ ਦਾ ਐਪਲੀਕੈਂਟ ਨੂੰ ਜਿਹੜਾ ਭਰਨਾ ਹੁੰਦਾ, ਉਹਦੇ ਵਿੱਚ ਫਾਰਮ ਨੰਬਰ 26 ਜਿਹੜਾ ਹੈ ਐਫੀਡੇਵਿਟ, ਇਹ ਪ੍ਰਿਸਕ੍ਰਾਈਬ ਫਾਰਮੈਟ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਦਿੱਤਾ ਹੈ। ਔਰ ਇਹ ਵੀ ਕਿਹਾ ਕਿ ਉਹ ਇੱਕ ਜਿਹੜੀ ਰਿਟਰਨਿੰਗ ਆਫਿਸਰ ਸਾਹਮਣੇ ਓਥ ਹੈ ਉਹ ਵੀ ਹੁੰਦੀ ਹੈ ਤੇ ਤਮਾਮ ਇਹ ਚੀਜ਼ਾਂ ਨੇ ਕਿ ਜਿਹਨਾਂ ਉਹਨਾਂ ਦਾ ਉੱਥੇ ਪ੍ਰੈਜ਼ੈਂਟ ਰਹਿਣਾ ਜ਼ਰੂਰੀ ਹੈ। ਇੱਕ ਜਿਹੜਾ 26 ਨੰਬਰ ਦਾ ਹਵਾਲਾ ਦਿੱਤਾ ਉਹਨਾਂ ਨੇ ਆਪਣੀ ਐਪਲੀਕੇਸ਼ਨ ਵਿੱਚ ਕਿ ਉਹਨਾਂ ਦਾ ਉੱਥੇ ਰਹਿਣਾ ਜ਼ਰੂਰੀ ਹੈ। ਔਰ ਇਹ ਸਾਫ਼ ਲਿਖਿਆ
कि that in case the applicant is not permitted to submit his nomination papers, irreversible loss would be caused to the applicant. ਜੇ ਉਹਨਾਂ ਨੂੰ ਪੇਪਰ ਨਹੀਂ ਉੱਥੇ ਭਰਨ ਦਿੱਤੇ ਗਏ ਜਾਂ ਉਹ ਨਹੀਂ ਪਹੁੰਚੇ ਤਾਂ ਕਿਤੇ ਨਾ ਕਿਤੇ ਇੱਕ ਅਧਿਕਾਰਾਂ ਦਾ ਹਨਨ ਹੋਏਗਾ। ਤੇ ਪੂਰੀ ਇੱਕ ਆਪਣੀ ਐਪਲੀਕੇਸ਼ਨ ਵਿੱਚ ਇੱਕ ਟੈਕਨੀਕਲ ਪੁਆਇੰਟ ਵੀ ਦੱਸਦੇ ਨੇ ਤੇ ਨਾਲੇ ਸਾਫ਼ ਮੰਗ ਕੀਤੀ ਹੈ ਕਿ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਨੋਮੀਨੇਸ਼ਨ ਫਾਈਲ ਕਰਨ ਲਈ। ਠੀਕ ਹੈ ਧੰਨਵਾਦ ਉਮੇਸ਼ ਇਸ ਜਾਣਕਾਰੀ ਦੇ ਲਈ। ਤਾਂ ਸੁਖਪਾਲ ਖਹਿਰਾ ਵੱਲੋਂ ਅਰਜੀ ਲਾਈ ਗਈ ਹੈ ਮੋਹਾਲੀ ਅਦਾਲਤ ਦੇ ਵਿੱਚ ਕਿ ਉਹਨਾਂ ਨੂੰ ਨੋਮੀਨੇਸ਼ਨ ਭਰਨ ਦੀ ਇਜਾਜ਼ਤ ਦਿੱਤੀ ਜਾਵੇ। 27 ਤਰੀਕ ਤੱਕ ਨੋਟਿਸ ਜਾਰੀ, 27 ਤਰੀਕ ਤੱਕ ਜਵਾਬ ਮੰਗਿਆ ਹੈ, ਨੋਟਿਸ ਜਾਰੀ ਹੋਇਆ ਹੈ। ਸੋ 27 ਤਰੀਕ ਨੂੰ ਦੇਖਣਾ ਹੋਏਗਾ ਕਿ ਕੀ ਰੁਖ ਕੋਰਟ ਦਾ ਰਹਿਣ ਵਾਲਾ। ਤੇ ਉਧਰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ 3 ਦਿਨਾਂ ਦੀ ਰੋਕ ਲੱਗ ਗਈ ਹੈ। ਹਾਈ ਕੋਰਟ ਨੇ 3 ਦਿਨਾਂ ਦਾ ਸਮਾਂ ਦਿੱਤਾ ਹੈ, ਗ੍ਰਿਫਤਾਰੀ ਤੇ ਰੋਕ ਲਾਈ ਹੈ। ਸੁਪਰੀਮ ਕੋਰਟ 'ਚ ਅਪੀਲ ਦਾਖਲ ਕਰਨ ਦੇ ਲਈ ਇਹ ਰਾਹਤ ਮਿਲੀ ਹੈ ਕਿਉਂਕਿ ਸੁਪਰੀਮ ਕੋਰਟ ਦਾ ਰੁਖ ਕਰਨਾ ਹੈ ਬਿਕਰਮ ਸਿੰਘ ਮਜੀਠੀਆ ਨੇ ਤੇ ਉਹਨਾਂ ਦੇ ਵਕੀਲਾਂ ਵੱਲੋਂ ਇਹ ਅਰਜੀ ਲਾਈ ਗਈ ਸੀ। 7 ਦਿਨਾਂ ਦੀ ਰਾਹਤ ਮੰਗੀ ਗਈ ਸੀ ਹਾਈ ਕੋਰਟ ਤੋਂ, ਪਰ 3 ਦਿਨ ਦੀ ਰਾਹਤ ਦਿੱਤੀ ਗਈ ਹੈ। 3 ਦਿਨ ਦਾ ਉਹਨਾਂ ਨੇ ਸਮਾਂ ਦਿੱਤਾ ਹੈ ਕਿ 3 ਦਿਨ ਉਹਨਾਂ ਨੂੰ ਛੂਟ ਦਿੱਤੀ ਜਾਂਦੀ ਹੈ। 3 ਦਿਨ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਏਗੀ। 3 ਦਿਨ 'ਚ ਉਹ ਆਪਣੀ ਅਪੀਲ ਜਿਹੜੀ ਹੈ ਉਹ ਸੁਪਰੀਮ ਕੋਰਟ 'ਚ ਦਾਖਲ ਕਰ ਸਕਦੇ ਹੈ। ਸੋ 3 ਦਿਨ ਦਾ ਸਮਾਂ ਮਿਲ ਗਿਆ ਹੈ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਪੀਲ ਦਾਖਲ ਕਰਨ ਦੇ ਲਈ। ਔਰ ਦੇਖਣਾ ਹੋਏਗਾ ਕਿ ਹੁਣ ਕਿਸ ਤਰੀਕੇ ਨਾਲ ਇਹ ਜਿਹੜੀ ਕਵਾਇਦ ਹੈ ਇਹ ਅੱਗੇ ਵੱਧਦੀ ਹੈ ਕਿਉਂਕਿ ਜ਼ਮਾਨਤ ਜਿਹੜੀ ਸੀ ਉਹਨਾਂ ਦੀ ਅਗਾਊਂ ਜ਼ਮਾਨਤ ਦੀ ਅਰਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਖਾਰਿਜ ਕਰ ਦਿੱਤੀ ਸੀ ਔਰ ਜਿਸ ਤੋਂ ਬਾਅਦ ਦੁਬਾਰਾ ਇੱਕ ਅਰਜੀ ਲਗਾ ਕੇ 7 ਦਿਨਾਂ ਦੀ ਮੋਹਲਤ ਮੰਗੀ ਗਈ ਸੀ। ਸੋ 3 ਦਿਨਾਂ ਦੀ ਮੋਹਲਤ ਦਿੱਤੀ ਹੈ। 3 ਦਿਨ ਤੱਕ ਗ੍ਰਿਫਤਾਰੀ ਤੇ ਰੋਕ ਰਹੇਗੀ। 3 ਦਿਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਦੇ ਵਿੱਚ ਅਰਜੀ ਲੱਗਦੀ ਹੈ। ਕਦੋਂ ਉਸ ਤੇ ਸੁਣਵਾਈ ਹੁੰਦੀ ਹੈ ਇਹ ਦੇਖਣਾ ਹੋਏਗਾ ਔਰ ਉਦੋਂ ਤੱਕ ਗ੍ਰਿਫਤਾਰੀ ਦੀ ਤਲਵਾਰ ਬਿਕਰਮ ਸਿੰਘ ਮਜੀਠੀਆ ਤੇ ਜ਼ਰੂਰ ਲਟਕਦੀ ਰਹਿ ਸਕਦੀ ਹੈ। ਫਿਲਹਾਲ 3 ਦਿਨ ਦੇ ਲਈ ਉਹਨਾਂ ਨੂੰ ਰਾਹਤ ਮਿਲ ਗਈ ਹੈ। ਕੋਰਟ ਦੇ ਆਰਡਰ ਦੀ ਬਿਨਾਂ ਵੇਟ ਕੀਤੇ ਪੰਜਾਬ ਪੁਲਿਸ ਐਡੀ ਤਤਪਰ ਹੋਈ ਸੀ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਰੇਡਾਂ ਕਰ ਰਹੇ ਸੀ ਤੇ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਆ ਗਿਆ ਹੈ ਤੇ ਉਹਨਾਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੇ ਫਿਰ ਦੁਬਾਰਾ ਰੋਕ ਲਗਾ ਦਿੱਤੀ ਹੈ ਔਰ ਉਹਨਾਂ ਨੂੰ ਸਮਾਂ ਦਿੱਤਾ ਗਿਆ ਤਾਂ ਕਿ ਜਿਹੜਾ ਉਹ ਟੈਕਨੀਕਲ ਇਸ਼ੂ ਹੈ ਸੈਕਸ਼ਨ 37 ਵਾਲਾ ਸੁਪਰੀਮ ਕੋਰਟ ਦਾ ਜਿਹੜਾ ਕਹਿੰਦਾ ਕਿ 37 ਚ ਕਿਸੇ ਨੂੰ ਐਂਟੀਸਪੇਟਰੀ ਬੇਲ ਨਾ ਦਿੱਤੀ ਜਾਵੇ। ਸੋ ਹਾਈ ਕੋਰਟ ਨੇ ਬਿਕਰਮ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਤੇ ਰੋਕ ਲਾਉਂਦੇ ਹੋਏ ਉਹ ਸਮਾਂ ਦਿੱਤਾ ਕਿ ਸੁਪਰੀਮ ਕੋਰਟ ਅੱਗੇ ਜਾ ਕੇ ਕੇਸ ਦੇ ਮੈਰਿਟਸ ਰੱਖ ਸਕਣ। ਹੁਣ ਮੈਂ ਸਵਾਲ ਕਰਦਾ ਹਾਂ ਪੰਜਾਬ ਪੁਲਿਸ ਤੋਂ, ਉਹ ਅਫਸਰਾਂ ਤੋਂ ਜਿਨ੍ਹਾਂ ਨੇ ਬਿਨਾਂ ਹਾਈ ਕੋਰਟ ਦੇ ਆਰਡਰ ਦੀ ਵੇਟ ਕੀਤੇ ਇਹ ਸਿਆਸੀ ਜਿਹੜੀਆਂ ਅਕਾਵਾਂ ਨੂੰ ਖੁਸ਼ ਕਰਨ ਲਈ ਰੇਡਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਹੁਣ ਅੱਗੇ ਆਓ ਤੇ ਦੱਸੋ ਇਸ ਗੱਲ ਲਈ ਕੌਣ ਜ਼ਿੰਮੇਵਾਰ ਹੈ? ਕਿਹਦੇ ਹੁਕਮਾਂ ਦੇ ਉੱਤੇ ਇਹ ਰੇਡਾਂ ਬਿਨਾਂ ਹਾਈ ਕੋਰਟ ਦਾ ਆਰਡਰ ਲਿੱਤੇ ਕੀਤੀਆਂ ਗਈਆਂ? ਕੀ ਹੁਣ ਇਹ ਕੰਟੈਂਪਟ ਆਫ ਕੋਰਟ ਨਹੀਂ? ਹੁਣ ਡੀਜੀਪੀ ਸਾਹਿਬ ਇਸ ਗੱਲ ਨੂੰ ਦੱਸਣ ਕਿ ਜਿਹੜੇ ਇਹ ਕੋਰਟਾਂ ਦੇ ਆਰਡਰ ਦੀ ਅਵਮਾਨਨਾ ਹੋਈ ਹੈ, ਕੋਰਟ ਤੋਂ ਬਿਨਾਂ ਪੁੱਛੇ ਰੇਡ ਕੀਤੀ ਗਈ ਹੈ, ਇਹਦੇ ਲਈ ਕਿਹਦੀ ਜ਼ਿੰਮੇਵਾਰੀ ਫਿਕਸ ਕਰਨਗੇ ਤੇ ਕੀ ਉਸ ਅਫਸਰ ਤੇ ਕੀ ਐਕਸ਼ਨ ਲਿਆ ਜਾਊਗਾ? ਹੁਣ ਆ ਕੇ ਪੰਜਾਬ ਦੀ ਜਨਤਾ ਨੂੰ ਇਹ ਗੱਲ ਦੱਸਣ ਦੀ ਖੇਚਲ ਕੀਤੀ ਜਾਵੇ। ਤੇ ਇਸ ਤੋਂ ਪਹਿਲਾਂ ਮਜੀਠੀਆ ਦੀ ਤਲਾਸ਼ ਲਈ ਪੰਜਾਬ ਪੁਲਿਸ ਛਾਪੇਮਾਰੀ ਕਰ ਰਹੀ ਸੀ। ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਕਰਕੇ ਮਜੀਠੀਆ ਦੇ ਵਕੀਲ ਵੀ ਪੁਲਿਸ ਤੇ ਆਪਣਾ ਨਜ਼ਰਾਂ ਸਿੱਟ ਰਹੇ ਨੇ। ਅਸੀਂ ਮੁਕੱਦਮੇ ਤਫਤੀਸ਼ ਦੇ ਸੰਬੰਧ ਵਿੱਚ ਆਏ ਆ, ਰੇਡ ਕਰਨ ਆਏ ਨੇ। ਹਾਂਜੀ, ਕਿੰਨਾ ਵਾਲਾ ਹੈ ਸਰ ਤੁਸੀਂ ਰੇਡ ਕਰ? ਅਸੀਂ ਸਟੇਟ ਕ੍ਰਾਈਮ ਪੁਲਿਸ ਟੀਮ ਹੈ ਜੀ ਮੋਹਾਲੀ ਤੋਂ, ਫੇਸ 4 ਤੋਂ। ਤੇ ਕਿਹਦੇ ਘਰ ਰੇਡ ਕਰਨ ਆਏ ਸੀ? ਅਸੀਂ ਮਿਸਟਰ ਬਿਕਰਮ ਸਿੰਘ ਮਜੀਠੀਆ ਦੇ ਘਰ ਆਏ ਨੇ ਰੇਡ ਕਰਨ। ਹਾਂਜੀ, 2 ਨੰਬਰ FIR ਦੇ ਵਿੱਚ। ਕੀ ਹੈ ਕੀ ਮਤਲਬ ਕੀ ਇਹ NTPC ਦਾ ਮੁਕੱਦਮਾ ਹੈ ਸਾਡੇ ਥਾਣੇ ਦਾ। ਉਹਦੇ ਸੰਬੰਧ ਵਿੱਚ ਤਫਤੀਸ਼ ਦੇ ਸੰਬੰਧ ਵਿੱਚ ਆਏ ਨੇ ਆਪਾਂ। ਤੇ ਕੱਲ ਜ਼ਮਾਨਤ ਰਿਜੈਕਟ ਹੋਈ ਸੀ? ਕੱਲ੍ਹ ਦੀ ਹਾਈ ਕੋਰਟ, ਮਾਨਯੋਗ ਹਾਈ ਕੋਰਟ ਤੋਂ ਜ਼ਮਾਨਤ ਡਿਸਮਿਸ ਹੋ ਗਈ ਇਹਨਾਂ ਦੀ। ਤੇ ਉਹਦੇ 'ਚ ਕੀ ਆਰਡਰ ਕੀਤਾ ਗਿਆ ਤੁਹਾਨੂੰ? ਨਹੀਂ, ਉਹ ਸਿੱਟ ਮੈਂਬਰ ਦੱਸਣਗੇ ਜੀ ਕੀ ਆਰਡਰ ਨੇ। ਸਾਡੀ ਇਨਵੈਸਟੀਗੇਸ਼ਨ ਸਿੱਟ ਆਰਡਰ ਹੋਏ ਨੇ? ਨਹੀਂ, ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਸਿੱਟ ਮੈਂਬਰ ਦੱਸਾਂਗੇ। ਜ਼ਿਆਦਾ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਤੇ ਉਧਰ ਨਵਜੋਤ ਸਿੰਘ ਸਿੱਧੂ ਦੀ ਸ਼ਬਦਾਵਲੀ ਤੇ ਹੁਣ ਭਗਵੰਤ ਮਾਨ ਭੜਕਦੇ ਨਜ਼ਰ ਆਏ ਨੇ। ਦਰਅਸਲ ਅਰਵਿੰਦ ਕੇਜਰੀਵਾਲ ਬਾਬਤ ਜੋ ਸ਼ਬਦਾਵਲੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪ੍ਰੈਸ ਕਾਨਫਰੰਸ 'ਚ ਵਰਤੀ ਗਈ ਸੀ ਉਸ ਨੂੰ ਲੈ ਕੇ ਭਗਵੰਤ ਮਾਨ ਕਾਫੀ ਗੁੱਸੇ 'ਚ ਆਏ ਨੇ ਔਰ ਨਵਜੋਤ ਸਿੱਧੂ ਨੂੰ ਭਗਵੰਤ ਮਾਨ ਨੇ ਇੱਕ ਨਸੀਹਤ ਦਿੱਤੀ ਹੈ ਕਿ ਜੇ ਇੱਜ਼ਤ ਕਰਵਾਉਣੀ ਹੈ ਤਾਂ ਇੱਜ਼ਤ ਕਰਨੀ ਵੀ ਸਿੱਖੋ। ਸਿੱਧੂ ਨੇ ਕੇਜਰੀਵਾਲ ਨੂੰ ਦਰਅਸਲ ਤੂੰ ਤੜਾਕ ਕਰਕੇ ਸੰਬੋਧਨ ਕੀਤਾ ਸੀ। ਇੱਕ ਸਰਵੇ ਨੂੰ ਲੈ ਕੇ ਸਿੱਧੂ ਵੱਲੋਂ ਇਲਜ਼ਾਮ ਸਾਧੇ ਗਏ ਸੀ ਜਿਹੜੇ ਅਰਵਿੰਦ ਕੇਜਰੀਵਾਲ ਦੇ ਉੱਪਰ, ਜਿਹੜਾ ਉਹਨਾਂ ਨੇ ਕਿਹਾ ਸੀ ਕਿ 21 ਲੱਖ ਵੋਟਾਂ 21 ਲੱਖ ਜਿਹੜੇ ਉਹਨਾਂ ਕੋਲੇ ਰਿਸਪੌਂਸ ਆਏ ਨੇ ਰਾਏਸ਼ੁਮਾਰੀ ਦੇ ਵਿੱਚ, ਉਸ ਨੂੰ ਲੈ ਕੇ। ਉਸ ਤੋਂ ਬਾਅਦ ਭਗਵੰਤ ਮਾਨ ਨੇ
ਇਹ ਪਲਟਵਾਰ ਕੀਤਾ ਹੈ ਕਿ ਸਾਡੇ ਅੰਦਰੂਨੀ ਮਸਲੇ ਹੈ, ਇਹਨਾਂ ਤੇ ਸਿੱਧੂ ਨਾ ਬੋਲਣ। ਚਾਹੁਣ ਤਾਂ ਆਪਣੀ ਪਾਰਟੀ ਨੂੰ ਕਹਿ ਕੇ ਉਹ ਆਪਣਾ ਸਰਵੇ ਕਰਵਾ ਸਕਦੇ ਹੈ, ਪਰ ਸਾਡੀ ਪਾਰਟੀ ਦੇ ਅੰਦਰੂਨੀ ਮਸਲਿਆਂ 'ਚ ਬੋਲਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਆਪਣਾ ਬੋਲ ਪਾਣੀ ਤੇ ਆਪਣੀ ਸ਼ਬਦਾਵਲੀ ਸੁਧਾਰਨ। ਕੱਲ ਦਾ ਦਿਨ ਨਵਜੋਤ ਸਿੱਧੂ ਮੈਨੂੰ ਲੱਗਿਆ ਵੀ ਉਹਦੇ ਕੋਲ ਹੋਰ ਕੋਈ ਵਿਸ਼ਾ ਹੈ ਨਹੀਂ ਸੀ, ਚਲੋ ਕਹਿੰਦੇ ਭਗਵੰਤ ਮਾਨ ਤੇ ਬੋਲ ਲੈਣੇ ਅੱਜ। ਉਹ ਆਪਣੇ ਆਪ ਨੂੰ ਡਿਕਲੇਅਰ ਕਰਾ ਲੈਣ। ਪਹਿਲਾਂ ਉਹੀ ਕਹਿੰਦੇ ਸੀ ਇਹ ਸੀ ਇਹਨਾਂ ਦਾ ਕੌਣ ਹੈ, ਔਰ ਜਿਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾ ਰਹੀ ਹੈ ਨਾ, ਓਏ ਉਹ ਫਲਾਨਿਆ, ਓਏ ਤੂੰ ਪੱਤਰਕਾਰਾਂ ਨੂੰ ਵੀ ਤੂੰ ਕਰੇਗਾ ਕੰਮ ਨਹੀਂ। ਸਾਰੇ ਰਿਸਪੈਕਟ ਭਾਲਦੇ ਆ, ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਸੋ ਤੂੰ ਤੜਾਕ ਵਾਲੀ ਜਿਹੜੀ ਸ਼ਬਦਾਵਲੀ ਹੈ ਉਹ ਵੀ ਗਲਤ ਹੈ। ਔਰ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ, ਪ੍ਰਿੰਕਾ ਜੀ ਨੂੰ ਜਾਂ ਸੋਨੀਆ ਜੀ ਨੂੰ ਕਹਿ ਕੇ ਆਪਦਾ ਸਰਵੇ ਆਪ ਕਰਾਉਣ ਆਪਦੀ ਪਾਰਟੀ ਵੱਲੋਂ, ਸਾਡੀ ਪਾਰਟੀ ਦੇ ਇੰਟਰਨਲ ਮਾਮਲਿਆਂ 'ਚ ਦਖਲ ਨਾ ਦੇਣ। ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਬਾਰੇ ਤੂੰ ਤੜਾਕ ਕਰਕੇ ਗੱਲਬਾਤ ਕੀਤੀ ਸੀ, ਤਾਂ ਹੁਣ ਇਹੀ ਤੂੰ ਤੜਾਕ ਭਗਵੰਤ ਮਾਨ ਨੂੰ ਚੁਭੀ ਹੈ ਤੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਨਸੀਹਤ ਦੇ ਦਿੱਤੀ। ਮੰਗਦੇ ਤੁਸੀਂ ਆਮ ਆਦਮੀ ਪਾਰਟੀ ਦੇ ਹੋ ਤੇ ਆਂਦਾ ਨਵਜੋਤ ਸਿੱਧੂ ਦਾ ਨਾਮ ਹੈ, ਇਹ ਕਿਉਂ ਬਈ? ਮਤਲਬ ਇਹੋ ਜਿਹਾ ਬੇਵਕੂਫ ਬੰਦਾ ਨਹੀਂ ਮੈਂ ਦੇਖਿਆ, ਐਡਾ ਘਟੀਆ ਹੈ ਭਾਈ। ਅਸੀਂ ਜੇ ਕਹਾਂਗੇ ਵੀ ਕਾਂਗਰਸ ਦਾ ਮੁੱਖ ਮੰਤਰੀ ਚੁਣਨਾ ਹੈ, ਉੱਥੇ ਇਹਨਾਂ ਲੰਡੂਆਂ ਦਾ ਨਾਮ ਆਊ ਹੈ? ਕਿਉਂ ਆਊ? ਜਦੋਂ ਮੰਗ ਰਹੇ ਕਾਂਗਰਸ ਦੇ ਬੰਦੇ ਦਾ ਤੇ ਮਤਲਬ ਬੇਗਾਨੀ ਸ਼ਾਦੀ में केजरी दीवाना है, थोथा चना बाजे घना। मतलब ਤੁਸੀਂ ਦੇਖੋ ਇਸ ਬੰਦੇ ਦੀ ਘਟਿਆਪਨ, ਇਹ ਤਾਂ ਹੀ ਪੰਜਾਬ ਦੇ ਵਿੱਚ ਠੁਕਿਆ। ਕੋਈ ਜ਼ਿਆਦਾ ਸਿਆਣਾ ਕਾਂ ਤੁਹਾਨੂੰ ਪਤਾ ਕਿੱਥੇ ਪੈਂਦਾ ਹੁੰਦਾ, ਫਿਰ 2 ਵਾਰ ਚੁੰਝ ਮਾਰਦਾ, ਪਤਾ ਨਾ ਕਿੱਥੇ ਪੈਂਦਾ, ਗੰਦਗੀ ਤੇ ਪੈਂਦਾ। ਇਹ ਉਹ ਹਾਲ ਕਰ ਰਿਹਾ ਹੈ। ਇਹ ਐਡਾ ਕਿਹੜਾ ਆਇਨਸਟਾਈਨ ਦਾ ਬਾਪ ਹੋ ਗਿਆ ਹੈ? ਇਹ ਕਿਹੜੇ ਸਾਇੰਟਿਸਟ ਦਾ ਮਾਮਾ ਹੈ? ਇਹ ਕਿਹੜਾ ਨਾਸਾ ਨੂਸਾ ਫੜ ਕੇ ਲਿਆਇਆ? ਇਹਦੀਆਂ ਨਾਸਾਂ 'ਚ ਕੀ ਇਹੋ ਜਿਹਾ ਹੈ? ਲਾਹਨਤ ਹੈ ਯਾਰ। ਮੈਂ ਕਹਿੰਦਾ ਝੂਠ ਵੀ ਭਾਈ ਤੂੰ ਝੂਠ ਬੋਲਣਾ ਹੈ, ਠੀਕ ਲਾ ਲਾ ਯਾਰ, ਮਤਲਬ ਠੀਕ ਲਾ ਲਾ। ਕੇਜਰੀ ਸੁਣਦਾ ਮੈਂ ਤਾਂ ਤੈਨੂੰ ਕਿੰਨੀ ਵਾਰ ਕਿਹਾ ਮਿੱਤਰਾ, ਤੂੰ ਐ ਭੋਲੀ ਐ ਬਣਾ ਕੇ ਮਫਲਰ ਜਿਹਾ ਉਹ ਲੁਕੀ ਵਾਲਾ ਪਾ ਕੇ ਤੂੰ ਆਉਂਦਾ ਹੀ ਨਹੀਂ। ਲੱਗਿਆ ਵੀ ਉਹਦੇ ਕੋਲ ਹੋਰ ਕੋਈ ਵਿਸ਼ਾ ਹੈ ਨਹੀਂ ਸੀ, ਚਲੋ ਕਹਿੰਦੇ ਭਗਵੰਤ ਮਾਨ ਤੇ ਬੋਲ ਲੈਣੇ ਅੱਜ। ਉਹ ਆਪਣੇ ਆਪ ਨੂੰ ਡਿਕਲੇਅਰ ਕਰਾ ਲੈਣ। ਪਹਿਲਾਂ ਉਹੀ ਕਹਿੰਦੇ ਸੀ ਇਹ ਸੀ ਇਹਨਾਂ ਦਾ ਕੌਣ ਹੈ, ਔਰ ਜਿਸ ਤਰ੍ਹਾਂ ਦੀ ਲੈਂਗੁਏਜ ਵਰਤੀ ਜਾ ਰਹੀ ਹੈ ਨਾ, ਓਏ ਉਹ ਫਲਾਨਿਆ, ਓਏ ਤੂੰ ਪੱਤਰਕਾਰਾਂ ਨੂੰ ਵੀ ਤੂੰ ਕਰੇਗਾ ਕੰਮ ਨਹੀਂ। ਸਾਰੇ ਰਿਸਪੈਕਟ ਭਾਲਦੇ ਆ, ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ। ਸੋ ਤੂੰ ਤੜਾਕ ਵਾਲੀ ਜਿਹੜੀ ਸ਼ਬਦਾਵਲੀ ਹੈ ਉਹ ਵੀ ਗਲਤ ਹੈ। ਔਰ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ, ਪ੍ਰਿੰਕਾ ਜੀ ਨੂੰ ਜਾਂ ਸੋਨੀਆ ਜੀ ਨੂੰ ਕਹਿ ਕੇ ਆਪਦਾ ਸਰਵੇ ਆਪ ਕਰਾਉਣ ਆਪਦੀ ਪਾਰਟੀ ਵੱਲੋਂ, ਸਾਡੀ ਪਾਰਟੀ ਦੇ ਇੰਟਰਨਲ ਮਾਮਲਿਆਂ 'ਚ। ਤੇ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਬਹਾਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨੇ ਤੇ ਲਿਆ। ਪਾਕਿਸਤਾਨ ਤੋਂ ਲੌਬਿੰਗ ਕਰਵਾਉਣ ਵਾਲੇ ਬਿਆਨ ਨੂੰ ਲੈ ਕੇ ਭਗਵੰਤ ਮਾਨ ਨੇ ਕੈਪਟਨ ਨੂੰ ਘੇਰਿਆ ਔਰ ਸਵਾਲ ਕੀਤਾ ਕਿ ਕੈਪਟਨ ਨੇ ਪਾਕਿस्तान ਦੇ ਕਹਿਣ ਤੇ ਹੀ ਕਿ ਸਿੱਧੂ ਨੂੰ ਮੰਤਰੀ ਬਣਾਇਆ ਸੀ। से पाकिस्तान की बात कर रहा हूँ। आई एम टेलिंग यू अबाउट पाकिस्तान। पाकिस्तान से मैसेज ये आया मुझे कि द प्राइम मिनिस्टर हैज़ सेंट अ रिक्वेस्ट कि इफ़ यू कैन टेक सिद्धू इनटू योर कैबिनेट आई विल बी ग्रेटफुल, ही इज़ एन ओल्ड फ्रेंड ऑफ माइन, और अगर आप नहीं, अगर वो काम नहीं करेगा तो उसको निकाल देना। दैट वाज व्हाट द मैसेज। इंटरव्यू आई है किसी प्राइवेट चैनल ते, वैब चैनल ते, ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਨੂੰ ਪਾਕਿਸਤਾਨ 'ਚੋਂ ਫੋਨ ਆਉਂਦੇ ਸੀ ਕਿ ਸਿੱਧੂ ਸਾਹਿਬ ਨੂੰ ਕੈਬਨਿਟ ਦੇ ਵਿੱਚ ਰੱਖਿਆ ਜਾਵੇ, ਔਰ ਕੈਪਟਨ ਸਾਹਿਬ ਖੁਦ ਹਰ ਗੱਲ ਤੇ ਕਹਿੰਦੇ ਰਹਿੰਦੇ ਨੇ ਬਾਰਡਰ ਸਟੇਟ ਹੈ, ਡਰੋਨ ਆਉਂਦੇ ਨੇ, ਟਿਫਨ ਬੰਬ ਮਿਲਦੇ ਨੇ, ਇੱਥੇ
ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣੀ ਚਾਹੀਦੀ, ਮਜ਼ਬੂਤ ਸਰਕਾਰ ਚਾਹੀਦੀ ਹੈ, ਤਾਂ ਕੈਪਟਨ ਸਾਹਿਬ ਨੇ ਇਹ ਗੱਲ ਇੰਨਾ ਚਿਰ ਲੁਕੋ ਕੇ ਕਿਉਂ ਰੱਖੀ? ਤੇ ਆਲਮੋਸਟ ਕੈਪਟਨ ਸਾਹਿਬ ਨੇ ਉਹਨਾਂ ਦੀ ਗੱਲ ਮੰਨ ਵੀ ਲਈ ਸੀ, ਕਿਉਂਕਿ ਬਿਜਲੀ ਮੰਤਰਾਲਾ ਉਹਨਾਂ ਨੂੰ ਆਫਰ ਕਰਤਾ ਸੀ। ਇਹਦਾ ਮਤਲਬ ਪਾਕਿਸਤਾਨ ਦੇ ਕਹੇ ਤੇ ਕੈਪਟਨ ਸਾਹਿਬ ਪੰਜਾਬ ਦੀ ਕੈਬਨਿਟ ਮਿਨਿਸਟਰੀ ਦਿੰਦੇ ਸੀ। ਕੈਪਟਨ ਸਾਹਿਬ ਸ਼ਾਇਦ ਇਹ ਕਹਿਣਾ ਭੁੱਲ ਗਏ, ਡੀਜੀਪੀ ਵੀ ਪਾਕਿਸਤਾਨ ਦੇ ਕਹੇ ਤੇ ਲਾਇਆ ਸੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੀ।